ਸਿੰਪਲ ਮਾਈਕਰੋਸਕੋਪ ਔਰ ਮੈਗਨੀਫਾਈਂਗ ਗਲਾਸ। ਸਿੰਪਲ ਜਿਹੜੀ ਮਾਈਕਰੋਸਕੋਪ ਹੈ ਉਸ ਨੂੰ ਯੂਜ਼ ਕਰਦੇ ਹਾਂ ਫॉर ऑब्जर्विंग मैग्नीफाइड इमेजेस ऑफ टीनी ऑब्जेक्ट। टीनी ऑब्जेक्ट्स ਦੀਆਂ मैग्नीफाई इमेजेस ऑब्जर्व ਕਰਨ ਦੇ ਲਈ ਸਿੰਪਲ ਮਾਈਕਰੋਸਕੋਪ ਨੂੰ ਯੂਜ਼ ਕਰਦੇ ਹਾਂ। ਇਸ ਦੇ ਵਿੱਚ ਕਨਵਰਜਿੰਗ ਲੈਂਸ ਲੱਗਿਆ ਹੋਇਆ ਜਿਸ ਦੀ ਫੋਕਲ ਲੈਂਥ ਸਮੋਲ ਹੈ। ਵਰਚੁਅਲ ਇਰੈਕਟ ਤੇ ਮੈਗਨੀਫਾਈਡ ਜਿਹੜੀ ਇਮੇਜ ਆ ਉਹ ਪ੍ਰੋਡਿਊਸ ਹੋਏਗੀ ਇਸ ਦੇ ਵਿੱਚ, ਤੇ ਉਹ ਜਿਹੜੀ ਇਮੇਜ ਆ ਉਸ ਦਾ ਡਿਸਟੈਂਸ ਹੋਏਗਾ at least distance of distinct vision from the eye held close to the lens। ਇਸ ਜਿਹੜਾ ਸਿੰਪਲ ਮਾਈਕਰੋਸਕੋਪ ਹੈ ਉਸ ਨੂੰ ਕਹਾਂਗੇ ਮੈਗਨੀਫਾਈਂਗ ਗਲਾਸ। ਇਸ ਮੈਗਨੀਫਾਈਂਗ ਗਲਾਸ ਦੇ ਵਿੱਚ ਠੀਕ ਹੈ ਜਿਹੜੀਆਂ ਡਿਸਟੈਂਟ ਓਬਜੈਕਟਸ ਹੈ ਉਸ ਵਿਊ ਕਰਾਂਗੇ ਜਾਂ ਸਮੋਲ ਓਬਜੈਕਟ, ਬਿਕੋਜ਼ ਇਹ ਜਿਹੜੀ ਪ੍ਰੋਡਿਊਸ ਕਰੇਗਾ ਇਮੇਜ ਉਹ ਬਹੁਤ ਜ਼ਿਆਦਾ ਲਾਰਜ ਹੋਏਗੀ। ਠੀਕ ਹੈ, ਹੁਣ ਇਸ ਦੇ ਵਿੱਚ ਕਨਵਰਜਿੰਗ ਲੈਂਸ ਲੱਗਿਆ ਹੋਇਆ ਐਫ ਅਤੇ ਸੀ ਇਸ ਦਾ ਆਪਟੀਕਲ ਸੈਂਟਰ ਹੈਗਾ ਅਤੇ ਐਫ ਹੈਗਾ ਫੋਕਸ ਪੁਆਇੰਟ। ਐਫ ਅਤੇ ਸੀ ਦੇ ਵਿਚਕਾਰ ਇੱਕ ਓਬਜੈਕਟ ਰੱਖਾਂਗੇ ਏ ਬੀ ਓਬਜੈਕਟ। ਠੀਕ ਹੈ, ਏ ਬੀ ਓਬਜੈਕਟ ਦੀ ਜਿਹੜੀ ਇਮੇਜ ਹੈ ਏ ਡੈਸ਼ ਬੀ ਡੈਸ਼ ਇਸ 'ਤੇ ਬਣੇਗੀ। ਇਹ ਜਿਹੜੀ ਇਮੇਜ ਹੈ ਵਰਚੁਅਲ ਇਰੈਕਟ ਅਤੇ ਮੈਗਨੀਫਾਈਡ ਇਮੇਜ ਬਣੇਗੀ। ਹੁਣ ਨੈਕਸਟ ਹੈ ਅਗਰ ਇਹ ਵਾਲਾ ਡਿਸਟੈਂਸ ਬੀ ਤੋਂ ਸੀ ਤੱਕ ਦਾ ਡਿਸਟੈਂਸ ਯੂ ਹੈ, ਇਹ ਵਾਲਾ ਡਿਸਟੈਂਸ ਨੂੰ ਆਪਾਂ ਕਹਾਂਗੇ ਡੀ, ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਠੀਕ ਹੈ, ਮੈਗਨੀਫਾਈ ਪਾਵਰ ਕੈਲਕੂਲੇਟ ਕਰਨ ਦੇ ਲਈ ਡੈਫੀਨੇਸ਼ਨ ਕੀ ਹੈ, ਰੇਸ਼ੀਓ ਆਫ ਦ ਐਂਗਲ ਸਬਟੈਂਡਡ ਐਟ ਦ ਆਈ ਬਾਈ ਦ ਫਾਈਨਲ ਇਮੇਜ ਟੂ ਦ ਐਂਗਲ ਸਬਟੈਂਡਡ ਐਟ ਦ ਆਈ ਬਾਈ ਦ ऑब्जेक्ट। अगर ए डैश सी एंड बी डैश ए वाला एंगल बीटा है, ए सी बी ए वाला एंगल अल्फा है, दैन मैगनीफाइंग पावर की आएगी एम इज इक्वल्स टू बीटा अपॉन अल्फा। ठीक है, समॉल एंगल ਨੂੰ ਐਕਸਪ੍ਰੈਸ ਕਰਾਂਗੇ ਰੇਡੀਅਨ ਦੇ ਵਿੱਚ, ਟੈਨ ਥੀਟਾ ਲਿਖਾਂਗੇ ਥੀਟਾ, ਤਾਂ ਅਲਫਾ ਨੂੰ ਕੀ ਲਿਖ ਸਕਦੇ ਹਾਂ ਆਪਾਂ ਟੈਨ ਅਲਫਾ, ਅਤੇ ਬੀਟਾ ਨੂੰ ਟੈਨ ਬੀਟਾ, ਤਾਂ ਐਮ ਇਜ਼ ਇਕਵਲਸ ਟੂ ਟੈਨ ਬੀਟਾ अपॉन ਟੈਨ ਅਲਫਾ। ਏ ਬੀ ਸੀ ਇਹ ਵਾਲੀ ਜਿਹੜੀ ਏ ਬੀ ਸੀ ਟ੍ਰਾਇੰਗਲ ਹੈ ਠੀਕ ਹੈ, ਇਸ ਦੇ ਵਿੱਚੋਂ ਬੀਟਾ ਦੀ ਵੈਲਿਊ ਕੈਲਕੂਲੇਟ ਕਰਾਂਗੇ ਟੈਨ ਬੀਟਾ ਦੀ ਏ ਬੀ अपॉन ਸੀ ਬੀ, ਅਤੇ ਇਹ ਵਾਲੀ ਜਿਹੜੀ ਹੈਗੀ ਹੈ ਏ ਵਨ ਬੀ ਡੈਸ਼ ਸੀ ਇਹ ਵਾਲੀ ਟ੍ਰਾਇੰਗਲ ਦੇ ਵਿੱਚੋਂ ਅਲਫਾ ਦੀ ਵੈਲਿਊ ਕੈਲਕੂਲੇਟ ਕਰਾਂਗੇ ਟੈਨ ਅਲਫਾ ਇਜ਼ ਇਕਵਲਸ ਟੂ ਏ ਵਨ ਬੀ ਡੈਸ਼ अपॉन ਸੀ ਬੀ ਡੈਸ਼ ਇਜ਼ ਇਕਵਲਸ ਟੂ ਏ ਵਨ ਬੀ ਡੈਸ਼, ਉਹ ਏ ਬੀ ਦੇ ਇਕੁਅਲ ਹੈ, ਏ ਬੀ अपॉन ਸੀ ਬੀ ਬਣ ਜਾਏਗਾ ਸੀ ਬੀ ਡੈਸ਼। ਹੁਣ ਇਹ ਵਾਲੀਆਂ ਜਿਹੜੀਆਂ ਦੋਨੋਂ ਵੈਲਿਊਜ਼ ਹੈ ਇਸ ਦੇ ਵਿੱਚ ਪੁੱਟ ਕਰਾਂਗੇ, ਦੈਨ ਐਮ ਇਜ਼ ਇਕਵਲਸ ਟੂ ਏ ਬੀ अपॉन ਸੀ ਬੀ ਇੰਟੂ ਸੀ ਬੀ ਡੈਸ਼ अपॉन ਏ ਬੀ, ਦੈਟ ਇਜ਼ ਇਕਵਲਸ ਟੂ ਸੀ ਬੀ ਡੈਸ਼ अपॉन ਸੀ ਬੀ। ਸੀ ਬੀ ਡੈਸ਼ ਕੀ ਹੈਗਾ ਮਾਈਨਸ ਵੀ, ਠੀਕ ਹੈ, ਅਤੇ ਸੀ ਬੀ ਹੈਗਾ ਮਾਈਨਸ ਯੂ, ਦੈਨ ਐਮ ਇਜ਼ ਇਕਵਲਸ ਟੂ ਵੀ अपॉन ਯੂ। ਹੁਣ ਉਸ ਤੋਂ ਬਾਅਦ ਲੈਂਸ ਫਾਰਮੂਲਾ ਕੀ ਹੈ 1/v ਮਾਈਨਸ 1/u ਇਜ਼ ਇਕਵਲਸ ਟੂ 1/f। ਅਗਰ ਉਸ ਨੂੰ ਮਲਟੀਪਲਾਈ ਕਰਾਂਗੇ ਦੋਨੋਂ ਸਾਈਡ ਬਾਈ v ਦੇ ਨਾਲ ਤਾਂ 1 ਮਾਈਨਸ v अपॉन u ਇਜ਼ ਇਕਵਲਸ ਟੂ v अपॉन f ਆ ਜਾਏਗਾ। v अपॉन u ਕੀ ਹੈ m ਮੈਗਨੀਫਾਈਂਗ ਪਾਵਰ, ਤਾਂ 1 ਮਾਈਨਸ m ਇਜ਼ ਇਕਵਲਸ ਟੂ v अपॉन f, ਤਾਂ m ਇਜ਼ ਇਕਵਲਸ ਟੂ 1 ਮਾਈਨਸ v अपॉन f ਆ ਜਾਏਗਾ। ਅਤੇ m ਅਗਰ b ਦੀ ਵੈਲਿਊ ਕੀ ਸੀ ਮਾਈਨਸ d ਹੈ ਠੀਕ ਹੈ, ਤਾਂ m ਇਜ਼ ਇਕਵਲਸ ਟੂ 1 ਪਲੱਸ d अपॉन f। ਜਿਵੇਂ ਜਿਵੇਂ f ਦੀ ਵੈਲਿਊ ਡਿਕਰੀਜ਼ ਹੋਏਗੀ ਤਾਂ m ਇਨਕਰੀਜ਼ ਹੋਏਗਾ। ਮੀਨਸ ਅਗਰ ਫੋਕਲ ਲੈਂਥ ਹੈਗੀ ਹੈ ਜਿਹੜੀ ਲੈਂਸ ਦੀ ਉਹ ਸਮੋਲ ਹੈ ਤਾਂ ਗ੍ਰੇਟਰ ਹੋਏਗੀ ਇਸ ਦੀ ਮੈਗਨੀਫਾਈਂਗ ਪਾਵਰ। ਇਹ ਆਪਾਂ ਲੈ ਕੇ ਚੱਲੇ ਸੀ ਜਿਹੜਾ ਫੋਕਲ ਲੈਂਸ ਹੈਗਾ ਉਸ ਦੀ ਫੋਕਲ ਲੈਂਥ ਸਮੋਲ ਹੋਏਗੀ। ਠੀਕ ਹੈ, ਇਹ ਜਿਹੜਾ ਸਿੰਪਲ ਮਾਈਕਰੋਸਕੋਪ ਹੈ ਉਹ ਯੂਜ਼ ਕਿੱਥੇ ਕਰਦੇ ਹਾਂ, ਜਿਹੜੀਆਂ ਜਵੈਲਰੀ ਸ਼ੋਪਸ ਹੈ ਉੱਥੇ ਯੂਜ਼ ਕਰਦੇ ਹਾਂ। ਟੀਨੀ ਪਾਰਟਸ ਆਫ ਵਾਚ ਉਸ ਨੂੰ ਵੇਖਣ ਦੇ ਲਈ ਵਿਊ ਕਰਨ ਦੇ ਲਈ ਆਪਾਂ ਇਹ ਕੀ ਹੈ ਸਿੰਪਲ ਮਾਈਕਰੋਸਕੋਪ ਯੂਜ਼ ਕਰਦੇ ਹਾਂ। ਸਾਇੰਸ ਲੈਬੋਰਟਰੀ ਦੇ ਵਿੱਚ ਰੀਡਿੰਗ ਬਰਨੀਅਰ ਸਕੇਲ ਦੀ ਰੀਡਿੰਗਸ ਨੂੰ ਨੋਟ ਕਰਨ ਦੇ ਲਈ ਯੂਜ਼ ਕਰਾਂਗੇ ਇਸ ਨੂੰ। ਨੈਕਸਟ ਹੈਗਾ ਕੰਪਾਊਂਡ ਮਾਈਕਰੋਸਕੋਪ। ਕੰਪਾਊਂਡ ਮਾਈਕਰੋਸਕੋਪ ਕੀ ਹੈ, ਇਜ਼ ਐਨ ਆਪਟੀਕਲ ਇੰਸਟਰੂਮੈਂਟ ਯੂਜ਼ਡ ਫॉर ऑब्जर्विंग ਹਾਈਲੀ ਮੈਗਨੀਫਾਈਡ ਇਮੇजेस ਆਫ ਟੀਨੀ ਆਬਜੈਕਟਸ ਦੀਆਂ ਜਿਹੜੀਆਂ ਹਾਈਲੀ ਮੈਗਨੀਫਾਈਡ ਇਮੇजेस ਹੈ ਓਬਜ਼ਰਵ ਕਰਨ ਦੇ ਲਈ ਆਪਾਂ ਆਪਟੀਕਲ ਇੰਸਟਰੂਮੈਂਟ ਯੂਜ਼ ਕਰਦੇ ਹਾਂ, ਦੈਟ ਇਜ਼ ਕੰਪਾਊਂਡ ਮਾਈਕਰੋਸਕੋਪ। ਇਸ ਦੀ ਕੰਸਟਰਕਸ਼ਨ ਦੇ ਵਿੱਚ ਕੀ ਹੈ, ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਦੋ ਲੈਂਸ ਲੱਗੇ ਹੋਣਗੇ, ਦੋ ਕਨਵਰਜਿੰਗ ਲੈਂਸ। ਫਸਟ ਹੈਗਾ ਓਬਜੈਕਟਿਵ ਲੈਂਸ ਜਿਸ ਦੀ ਫੋਕਲ ਲੈਂਥ ਸਮੋਲ ਹੋਏਗੀ ਅਤੇ ਅਪਰਚਰ ਸਮੋਲ ਹੋਏਗਾ। ਸੈਕਿੰਡ ਹੈਗਾ ਆਈ ਪੀਸ ਦੇ ਵਿੱਚ ਫੋਕਲ ਲੈਂਥ ਮੋਡਰੇਟ ਹੋਏਗੀ ਅਤੇ ਅਪਰਚਰ ਇਸ ਦਾ ਕੀ ਹੋ ਜਾਏਗਾ ਲਾਰਜ ਹੋਏਗਾ। ਠੀਕ ਹੈ,
ਇਹ ਜਿਹੜੇ ਦੋ ਲੈਂਸ ਨੇ, ਦੋ ਲੈਂਸ ਇੱਕ ਟਿਊਬ ਦੇ ਵਿੱਚ ਲੱਗੇ ਹੋਏ ਹੁੰਦੇ ਆ, ਠੀਕ ਹੈ, ਹੈਲਡ ਕੋਐਕਸਲੀ ਐਟ ਦਾ ਫ੍ਰੀ ਐਂਡ ਆਫ ਦਾ ਟਿਊਬ ਐਟ ਅ ਸੀਟੇਬਲ ਫਿਕਸਡ ਡਿਸਟੈਂਸ ਫਰੋਮ ਈਚ ਅਦਰ। ਇਹਨਾਂ ਦਾ ਜਿਹੜਾ ਡਿਸਟੈਂਸ ਹੈ ਉਹ ਆਪਾਂ ਰੈਕ ਤੇ ਪਿਨੀਅਨ ਅਰੇਂਜਮੈਂਟ ਦੇ ਅਕੋਰਡਿੰਗ ਐਡਜਸਟ ਕਰ ਸਕਦੇ ਹਾਂ। ਉਸ ਤੋਂ ਬਾਅਦ ਆਬਜੈਕਟਿਵ ਲੈਂਸ ਤੇ ਆਈ ਲੈਂਸ, ਦੋ ਲੈਂਸ ਲੱਗੇ ਹੋਏ ਹੈ। ਏਜ ਆਪਟੀਕਲ ਸੈਂਟਰ ਸੀ ਹੈ, C1 ਹੈ, ਏਜ ਆਪਟੀਕਲ ਸੈਂਟਰ C2 ਹੈ। ਆਈ ਲੈਂਸ ਦੀ ਜਿਹੜੀ ਫੋਕਲ ਲੈਂਥ ਹੈ, ਫੋਕਲ ਪੁਆਇੰਟ ਆ, ਉਹ FE ਨਾਲ ਡਿਨੋਟ ਕੀਤਾ, ਇਸ ਵਾਲੇ ਦਾ F0 ਦੇ ਨਾਲ। AB ਕੋਈ ਵੀ ਆਬਜੈਕਟ ਹੈ, AB ਆਬਜੈਕਟ ਜਦੋਂ ਆਬਜੈਕਟਿਵ ਲੈਂਸ ਦੇ ਅੱਗੇ ਰੱਖਿਆ, ਠੀਕ ਹੈ, F0 ਤੋਂ ਬਿਯੋਂਡ ਰੱਖਿਆ, ਦੈਨ ਇਸ ਦੀ ਜਿਹੜੀ ਇਮੇਜ ਆ ਉਹ ਬਣ ਜਾਏਗੀ A', B'। ਹੁਣ ਇਹ ਵਾਲੀ ਜਿਹੜੀ ਇਮੇਜ ਹੈ ਇਸ ਲੈਂਸ ਦੇ ਲਈ ਆਬਜੈਕਟ ਦਾ ਕੰਮ ਕਰੇਗੀ, ਠੀਕ ਹੈ। ਤਾਂ ਇਸ ਲੈਂਸ ਨੇ ਕੀ ਹੈ, ਇਹ ਵਾਲੀ ਜਿਹੜੀ ਇਸ ਵਾਲੇ ਆਬਜੈਕਟ ਦੀ ਇਮੇਜ ਬਣੇਗੀ A', A' ਤੇ B' ਦੇ ਉੱਪਰ। ਤਾਂ ਇੱਥੇ ਇਸ ਦੀ ਕੀ ਆ, ਹਾਈਲੀ ਮੈਗਨੀਫਾਈਡ ਇਮੇਜ ਬਣੇਗੀ, ਠੀਕ ਹੈ। ਉਸ ਤੋਂ ਬਾਅਦ ਅਗਰ ਇਹ ਵਾਲਾ ਐਂਗਲ ਬੀਟਾ ਹੈ, ਇਹ ਬੀਟਾ ਐਂਗਲ ਸਬਟੈਂਡਡ ਕਰ ਰਹੀ ਹੈ, ਤੇ ਇਹ ਵਾਲਾ ਐਂਗਲ ਅਲਫਾ ਹੈ, ਦੈਨ ਮੈਗਨੀਫਾਈਂਗ ਪਾਵਰ ਕੀ ਹੈ, M = ਬੀਟਾ ਅਪੋਨ ਅਲਫਾ, ਠੀਕ ਹੈ। ਅਗਰ ਐਂਗਲਸ ਸਮੋਲ ਹੈ ਤਾਂ ਬੀਟਾ ਨੂੰ ਆਪਾਂ ਟੈਨ ਬੀਟਾ ਲਿਖਾਂਗੇ, ਅਲਫਾ ਨੂੰ ਟੈਨ ਅਲਫਾ, ਦੈਨ M = ਟੈਨ ਬੀਟਾ ਅਪੋਨ ਟੈਨ ਅਲਫਾ। A', B' ਤੇ C2, A', B' ਤੇ C2, ਇਹ ਵਾਲੀ ਟ੍ਰਾਇੰਗਲ ਦੇ ਵਿੱਚੋਂ ਟੈਨ ਬੀਟਾ ਕੈਲਕੂਲੇਟ ਕਰਾਂਗੇ, A', B' ਅਪੋਨ C2 ਇੰਟੂ B'। ਹੁਣ ਜਿਹੜੀ ਸਮੋਲ ਟ੍ਰਾਇੰਗਲ ਹੈਗੀ ਹੈ AB ਨੂੰ ਬਿਲਕੁਲ ਸੇਮ ਡਿਸਟੈਂਸ ਅਗਰ ਇਹ ਵਾਲਾ ਵੀ ਬਣ ਸਕਦਾ, ਠੀਕ ਹੈ, ਇਹ ਵਾਲਾ ਵੀ ਹੋ ਸਕਦਾ, ਇਸ ਨੂੰ ਆਪਾਂ ਲੈ ਕੇ ਚੱਲਾਂਗੇ। ਦੈਨ A1 B' ਅਪੋਨ C2 B'। ਹੁਣ A1 B' ਕਿਸ ਇਕੁਅਲ ਹੈ AB ਦੇ, ਦੈਨ ਟੈਨ ਅਲਫਾ = AB ਅਪੋਨ C2 B'। ਇਹ ਵਾਲੀਆਂ ਜਿਹੜੀਆਂ ਵੈਲਿਊਜ਼ ਆ ਪੁੱਟ ਕਰਾਂਗੇ, ਦੈਨ M = ਬਣ ਜਾਏਗਾ A', B' ਅਪੋਨ A' B' ਇੰਟੂ A' B' ਅਪੋਨ AB। ਇਹ ਵਾਲਾ ਜਿਹੜਾ ਮੈਗਨੀਫਾਈਂਗ ਪ੍ਰੋਡਿਊਸ ਕਰ ਰਿਹਾ ਆਈ ਲੈਂਸ ਦੇ ਨਾਲ, ME ਦੇ ਨਾਲ ਡਿਨੋਟ ਕਰਾਂਗੇ। ਇਹ ਵਾਲੀ ਟਰਮ ਹੈਗੀ ਹੈ ਮੈਗਨੀਫਿਕੇਸ਼ਨ ਪ੍ਰੋਡਿਊਸ ਬਾਈ ਆਬਜੈਕਟਿਵ ਲੈਂਸ, M0 ਦੇ ਨਾਲ ਡਿਨੋਟ ਕਰਾਂਗੇ। ਦੈਨ M = ME ਇੰਟੂ M0। ਸਿੰਪਲ ਮਾਈਕਰੋਸਕੋਪ ਦੇ ਵਿੱਚ ਜਿਹੜਾ ਆਈ ਲੈਂਸ ਲੱਗਿਆ ਸੀ ਓਨਲੀ, ਉਸ ਦਾ ਜਿਹੜਾ ਮੈਗਨੀਫਿਕੇਸ਼ਨ ਹੈ ME = 1 + D ਅਪੋਨ FE ਦੇ ਇਕੁਅਲ ਹੈ। ਅਗਰ D ਡਿਸਟੈਂਸ C2 B' ਹੈ, ਠੀਕ ਹੈ, ਤੇ FE ਉਸ ਦੀ ਫੋਕਲ ਲੈਂਥ ਹੈ, ਦੈਨ M0 ਆ ਜਾਏਗਾ। M0 ਕੀ ਸੀ, A' B' ਅਪੋਨ AB। ਹੁਣ ਡਿਸਟੈਂਸ ਹੈਗਾ ਜਿਹੜਾ ਇਮੇਜ A' B' ਦਾ C2 ਤੋਂ, ਉਹ ਕਿੰਨਾ ਹੈਗਾ C1 B', ਤੇ ਡਿਸਟੈਂਸ ਹੈਗਾ ਆਬਜੈਕਟ AB ਦਾ ਫਰੋਮ C1 ਤੋਂ, ਉਹ ਡਿਸਟੈਂਸ ਹੈਗਾ C1 B। C1 B' ਦੀ ਵੈਲਿਊ V0 ਅਪੋਨ U0 ਆਏਗੀ ਮਾਈਨਸ U0। ਇਸ ਦੀ ਵੈਲਿਊਜ਼ ਨੂੰ ਪੁੱਟ ਕਰਾਂਗੇ ਇਹ ਵਾਲੀ ਇਕੁਏਸ਼ਨ ਦੇ ਵਿੱਚ, ਦੈਨ M = V0 ਅਪੋਨ ਮਾਈਨਸ U0 ਇੰਟੂ 1 + D ਅਪੋਨ FE। ਮੈਗਨੀਚਿਊਡ ਫਾਰਮ ਦੇ ਵਿੱਚ ਲਿਖਾਂਗੇ V ਅਪੋਨ ਮੈਗਨੀਚਿਊਡ ਆਫ U0 ਇੰਟੂ 1 + D ਅਪੋਨ FE। ਅਗਰ ਜਿਹੜਾ ਆਬਜੈਕਟ AB ਹੈ ਉਹ ਲਾਈਜ਼ ਕਰ ਰਿਹਾ ਵੈਰੀ ਕਲੋਜ਼ ਟੂ ਦਾ F0, ਠੀਕ ਹੈ, F0 ਦੇ ਵੈਰੀ ਕਲੋਜ਼ ਹੈ, ਤਾਂ ਫੋਕਸ ਹੈਗਾ ਜਿਹੜਾ ਆਬਜੈਕਟਿਵ ਲੈਂਸ ਦਾ, ਤਾਂ U0 ਨੂੰ ਲਿਖਾਂਗੇ, U0 ਹੈਗਾ C1 B ਦੇ ਇਕੁਅਲ ਹੈ, ਦੈਨ C1 F0 ਲਿਖ ਸਕਦੇ ਹਾਂ, ਜਾਂ F0 ਫੋਕਲ ਲੈਂਥ। ਤੇ ਅਗਰ A' B' ਫਾਰਮ ਹੋ ਰਿਹਾ ਵੈਰੀ ਕਲੋਜ਼ ਟੂ ਦਾ ਆਈ ਲੈਂਸ ਦੇ ਬਹੁਤ ਕਲੋਜ਼ ਹੈ ਜਿਹੜੀ ਫਸਟ ਇਮੇਜ ਬਣ ਰਹੀ ਹੈ, ਠੀਕ ਹੈ। ਇੱਥੇ ਫੋਕਲ ਲੈਂਥ ਆਲਸੋ ਸ਼ਾਰਟ, ਤਾਂ V0 ਨੂੰ ਲਿਖਾਂਗੇ L ਦੇ ਇਕੁਅਲ। ਤਾਂ ਇਸ ਦੇ ਵਿੱਚ ਵੈਲਿਊਜ਼ ਪੁੱਟ ਕਰਾਂਗੇ, ਦੈਨ M = L ਅਪੋਨ ਮਾਈਨਸ F0 ਇੰਟੂ 1 + D ਅਪੋਨ FE = ਮੈਗਨੀਚਿਊਡ ਫਾਰਮ ਦੇ ਵਿੱਚ L ਅਪੋਨ F0 ਇੰਟੂ 1 + D ਅਪੋਨ FE। ਹੁਣ ਤੁਹਾਡੇ ਕੋਲ ਕੀ ਹੈ, ਲੈਂਸ ਫਾਰਮੂਲਾ ਕੀ ਹੈ, 1/V0 ਮਾਈਨਸ 1/U0 = 1/F0। ਮਲਟੀਪਲਾਈ ਕਰਾਂਗੇ ਦੋਨੋਂ ਸਾਈਡ B0 ਦੇ ਨਾਲ, ਦੈਨ 1 - V0/U0 = V0/F0, ਤੇ V0/U0 ਦੀ ਵੈਲਿਊ ਆ ਜਾਏਗੀ 1 - V0/F0। ਇਸ ਦੇ ਵਿੱਚ ਵੈਲਿਊ ਪੁੱਟ ਕਰਾਂਗੇ, ਠੀਕ ਹੈ, ਦੈਨ ਇਸ ਦੇ ਵਿੱਚ ਵੈਲਿਊ ਸਬਸਟੀਟਿਊਟ ਕਰਾਂਗੇ, ਦੈਨ M = 1 - V0/F0 ਇੰਟੂ 1 + D ਅਪੋਨ FE। ਅਗਰ ਫਾਈਨਲ ਇਮੇਜ ਇਨਫਿਨਿਟੀ ਦੇ ਉੱਪਰ ਬਣ ਰਹੀ ਹੈ ਤਾਂ ਮੈਗਨੀਫਿਕੇਸ਼ਨ ਪਾਵਰ ਕੀ ਹੈ ਆਬਜੈਕਟਿਵ ਲੈਂਸ ਦੀ,
ठीक है। वो एम नॉट इज इक्वल टू वी नॉट अपन यू नॉट। जो इमेज इनफिनिटी के उपर है तो आई लेंस की की बनेगी पावर डी अपॉन एफ ई आ जाएगी। तो मैगनीफाइंग पावर कंपाउंड माइक्रोस्कोप की आएगी वी नॉट अपॉन यू नॉट इंटू डी अपॉन एफ ई। अगर ऑब्जैक्ट वेरी क्लोज है प्रिंसीपल फोकस दे ऑब्जैक्ट इमेज हैगी जी ऑब्जैक्ट की वो वेरी क्लोज टू द आई लेंस फॉर्म हो रही है। यू नॉट नू एफ नॉट पुट करांगे तो वी नॉट नू एल पुट करांगे। ठीक है। तो एम इज इक्वल्स टू एल अपॉन एफ नॉट इंटू डी अपॉन एफ ई। ये माइक्रोस्कोप नू कहांगे नॉर्मल एडजस्टमेंट दे विच। ठीक है। एल हैगी है जी लेंथ हैगी है माइक्रोस्कोप ट्यूब की। जिमें जिमें अगर एम नेगेटिव है तो इमेज नू सीन करांगे माइक्रोस्कोप इज़ ऑलवेज इनवर्टेड विद रिस्पैक्ट टू ऑब्जैक्ट। अगर इमेज दो लैंजेस के विचकार बन रही है ठीक है तो क्रॉस वायर कैन बी यूज। तो मेजरिंग स्केल आप यूज़ करांगे। वेरी हाई मैगनीफाइंग पावर के लिए एफ नॉट तो एफ ई दोनों समॉल होने चाहिए है तो एफ नॉट टेकन करांगे स्मॉलर दैन द एफ ई दे नालों। जदों लैंस का जोड़ा दोनों लैंस यूज़ किए उन्हों का अपरचर समॉल है तो डिफैक्ट्स ऑफ इमेज पर्टिकुलरली स्फेरिकल एब्रीवेशन इज़ मिनीमम। तो उस दे विच जिहड़े डिफैक्ट्स है वो घट जाएंगे मिनीमाइज हो जाएंगे जिमें अपरचर स्मॉल रखांगे दोनों का। कंपाउंड माइक्रोस्कोप की जिहड़ी क्वालिटी है गुड है। ऑब्जैक्टिव लैंस से आई पीस दोनों जिहड़े फॉर्म कर रहे हैं नंबर ऑफ लैंसेस। ठीक है। जिमें सिंगल लैंस के नाल जिहड़े भी डिफैक्ट आउंदे सी डबल लैंस लाउण दे नाल दो लैंस लाउण दे नाल डिफैक्ट अवॉइड कर सकते हैं इमेजेस दे विच।